ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਜੀ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਅੱਜ ਦਾ ਪ੍ਰੋਗਰਾਮ ਐਡਮਿੰਟਨ ਡੇ ਲੈ ਕੇ ਹਾਜ਼ਰ ਹਾਂ ਜੀ। ਦੋਸਤੋ, ਅਕਤੂਬਰ 18 2021 ਸਿਟੀ ਆਫ ਐਡਮਿੰਟਨ ਦੇ ਮਿਊਨਿਸਪਲ ਚੋਣਾਂ ਦੇ ਲਈ ਨਿਰਧਾਰਿਤ ਕੀਤੀ ਗਈ ਹੈ, ਜਿਸ ਵਿੱਚ 12 ਕਾਉਂਸਲਰ ਅਤੇ ਇੱਕ ਮੇਅਰ ਦੀ ਚੋਣ ਕੀਤੀ ਜਾਣੀ ਹੈ। ਅਗਰ ਮੇਅਰ ਦੀ ਚੋਣ ਦੀ ਗੱਲ ਕੀਤੀ ਜਾਵੇ ਤੇ ਸਾਡੇ ਸ਼ਹਿਰ ਦੇ ਵਿੱਚ 9 ਉਮੀਦਵਾਰ ਆਲਰੇਡੀ ਮੈਦਾਨ ਦੇ ਵਿੱਚ ਨਿੱਤਰ ਚੁੱਕੇ ਨੇ। 10ਵਾਂ ਉਮੀਦਵਾਰ, ਜਿਸ ਨੂੰ ਮੈਂ ਮਚ ਅਵੇਟਡ ਉਮੀਦਵਾਰ ਕਹਿੰਦਾ ਹਾਂ, ਸਰਦਾਰ ਅਮਰਜੀਤ ਸੋਹੀ, ਉਹਨਾਂ ਵੱਲੋਂ ਪਿਛਲੇ ਦਿਨੀ ਫੇਸਬੁੱਕ ਤੇ ਲਾਈਵ ਹੋ ਕੇ ਇਸ ਰੇਸ ਦੇ ਵਿੱਚ ਆਪਣਾ ਐਲਾਨ ਕਰ ਦਿੱਤਾ ਗਿਆ ਸੀ। ਉਹ ਸਾਡੇ ਨਾਲ ਜੁੜ ਚੁੱਕੇ ਨੇ। ਉਹਨਾਂ ਨਾਲ ਸਿਟੀ ਆਫ ਐਡਮਿੰਟਨ ਦੇ ਐਡਮਿਨਿਸਟ੍ਰੇਸ਼ਨ ਤੇ ਮੈਨੇਜਮੈਂਟ ਦੇ ਕਾਫੀ ਮੁੱਦਿਆਂ ਦੇ ਉੱਪਰ ਵਿਚਾਰ ਚਰਚਾ ਕੀਤੀ ਜਾਵੇਗੀ। ਆਓ ਜੀ, ਉਹਨਾਂ ਦਾ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਸੋਹੀ ਸਾਹਿਬ, ਜੀ ਆਇਆਂ ਨੂੰ, ਸਵਾਗਤ ਹੈ ਜੀ ਆਪ ਜੀ ਦਾ। ਥੈਂਕ ਯੂ ਮਨਜੀਤ, ਤੁਹਾਡਾ ਤੇ ਤੁਹਾਡੇ ਟੀਵੀ ਸਟੇਸ਼ਨ ਦਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਮੈਂ ਤੁਹਾਡੇ ਜਰੀਏ ਤੁਹਾਡੇ ਸਾਰੇ ਹੀ ਵਿਊਜ਼ ਦੇ ਨਾਲ ਗੱਲਬਾਤ ਕਰ ਸਕਾਂ। ਸੋ ਥੈਂਕ ਯੂ ਸੋ ਮਚ। ਸੋਹੀ ਸਾਹਿਬ, ਵੈਸੇ ਤੇ ਸਾਡੇ ਦਰਸ਼ਕ ਜਾਣਦੇ ਨੇ ਕਿ ਸੋਹੀ ਸਾਹਿਬ 2007 ਦੇ ਵਿੱਚ ਸਿਟੀ ਕਾਉਂਸਲਰ ਚੁਣੇ ਗਏ ਸੀ। 3 ਟਰਮਸ ਤੁਸੀਂ ਇਹ ਜਿਹੜੀ ਰਿਸਪੌਂਸਿਬਿਲਟੀ ਸੀ ਉਹ ਨਿਭਾਈ। ਫਿਰ ਤੁਸੀਂ ਫੈਡਰਲ ਪੋਲਿਟਿਕਸ 'ਚ ਚਲੇ ਗਏ, ਉੱਥੇ ਮੈਂਬਰ ਪਾਰਲੀਮੈਂਟ ਬਣੇ, ਫਿਰ ਕੈਬਨਿਟ ਮਿਨਿਸਟਰ ਬਣੇ, ਜਿਹਦੇ ਤਹਿਤ ਤੁਸੀਂ ਨੈਚੁਰਲ ਰਿਸੋਰਸਿਸ ਦੇ ਮੰਤਰੀ ਵੀ ਰਹੇ ਔਰ ਇਨਫਰਾਸਟ੍ਰਕਚਰ ਦੇ ਮੰਤਰੀ ਵੀ ਰਹੇ। ਹੁਣ ਕਾਉਂਸਲਰ ਦੀਆਂ ਜਿਹੜੀਆਂ ਇਲੈਕਸ਼ਨਸ ਨੇ, ਮੇਅਰ ਦੀਆਂ ਇਲੈਕਸ਼ਨਸ ਨੇ, ਉਹਦੇ ਵਿੱਚ ਤੁਸੀਂ ਆਪਣਾ ਐਲਾਨ ਜਿਹੜਾ ਵਾ ਫਾਰਮਲੀ ਕਰ ਚੁੱਕੇ ਜੀ। ਮੇਰਾ ਸਵਾਲ ਇਹ ਆ ਕਿ ਜਿਹੜੀ ਕਾਉਂਸਲਰ ਦੀਆਂ ਤੁਹਾਡੀਆਂ ਟੈਨਿਓਰ ਸੀ, ਤਿੰਨ ਟਰਮ ਸੀਗੀਆਂ, ਉਹਦੇ ਵਿੱਚ ਤੁਹਾਡੀਆਂ ਕੀ ਉਪਲਬਧੀਆਂ ਸੀ ਔਰ ਐਡਮਿੰਟਨ ਵਾਸੀ ਜਿਹੜੇ ਆ ਉਹ ਤੁਹਾਨੂੰ ਕਿਉਂ ਵੋਟ ਪਾਉਣ ਜੀ? ਮਨਜੀਤ, ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਐਡਮਿੰਟਨ ਦੇ ਕਿਸੇ ਹਿੱਸੇ ਦੇ ਵਿੱਚ ਵੀ ਜਾਵਾਂ, ਮੈਨੂੰ ਕੁਝ ਨਾ ਕੁਝ ਉੱਥੇ ਇੱਦਾਂ ਦਾ ਦੇਖਣ ਨੂੰ ਮਿਲਦਾ ਜਿਹਦਾ ਸੰਬੰਧ ਮੇਰੇ ਕੰਮਾਂ ਦੇ ਨਾਲ। ਜਦੋਂ ਮੈਂ ਸਿਟੀ ਕਾਉਂਸਲ ਦੇ ਵਿੱਚ ਸੀਗਾ 8 ਸਾਲ, ਉਹਨਾਂ ਨਾਲ ਰਿਹਾ। ਭਾਵੇਂ ਉਹ ਆਪਣੇ ਮੈਡੋਜ਼ ਦੇ ਵਿੱਚ ਰੈਕ ਸੈਂਟਰ ਤੇ ਲਾਇਬ੍ਰੇਰੀ ਦਾ ਪ੍ਰੋਜੈਕਟ ਆ, ਜਾਂ LRT ਦਾ ਪ੍ਰੋਜੈਕਟ ਆ ਮਿਲਵੁਡਸ ਤੋਂ ਜਿਹੜੀ ਡਾਊਨਟਾਊਨ ਜਾ ਰਹੀ ਹੈ, ਡਾਊਨਟਾਊਨ ਅਰੀਨੇ ਦਾ ਪ੍ਰੋਜੈਕਟ ਆ, ਜਾਂ ਵੈਸਟ ਐਂਡ ਦੇ ਵਿੱਚ ਟ੍ਰਾਂਜ਼ਿਟ ਸੈਂਟਰ ਨੇ, ਜਾਂ ਨਾਰਥ ਸਾਈਡ ਦੇ ਵਿੱਚ ਮਲਟੀਕਲਚਰਲ ਸੈਂਟਰ ਆ। ਜਿੱਥੇ ਵੀ ਜਾਂਦਾ ਮੈਨੂੰ ਇਹ ਲੱਗਦਾ ਕਿ ਮੈਂ ਕੁਝ ਨਾ ਕੁਝ ਕੰਟਰੀਬਿਊਟ ਕੀਤਾ ਸਾਡੇ ਐਡਮਿੰਟਨ ਨੂੰ ਵਧੀਆ ਬਣਾਉਣ ਵਾਸਤੇ। ਮੈਨੂੰ ਮਾਣ ਹੈ ਉਹਨਾਂ 8 ਸਾਲਾਂ ਦੇ ਵਿੱਚ ਕਿ ਐਡਮਿੰਟਨ ਦੇ ਲੋਕਾਂ ਦੇ ਨਾਲ, ਸਾਰੀਆਂ ਹੀ ਕਮਿਊਨਿਟੀਜ਼ ਦੇ ਲੋਕਾਂ ਦੇ ਨਾਲ ਮਿਲ ਕੇ ਕੰਮ ਕਰਨ ਦਾ ਮੌਕਾ ਮਿਲਿਆ ਤੇ ਸਾਡੇ ਸ਼ਹਿਰ ਨੂੰ ਵਧੀਆ ਬਣਾਉਣ ਦਾ ਮੌਕਾ ਮਿਲਿਆ। ਤੇ ਉਸ ਤੋਂ ਬਾਅਦ ਆਟਵਾ ਦੇ ਵਿੱਚ 4 ਸਾਲ ਮੈਂ ਕੰਮ ਕੀਤੇ ਨੇ, ਉੱਥੇ ਮੇਰਾ ਹੋਰ ਵੱਖਰਾ ਤਜਰਬਾ ਹੋਇਆ। ਮੈਂ ਸਮਝਦਾ ਕਿ ਹੁਣ ਮੈਂ ਉਹੀ ਤਜਰਬਾ ਇੱਥੇ ਐਡਮਿੰਟਨ ਦੇ ਵਿੱਚ ਆਪਣੇ ਸ਼ਹਿਰ ਨੂੰ ਹੋਰ ਵਧੀਆ ਬਣਾਉਣ ਵਾਸਤੇ ਯੂਜ਼ ਕਰ ਸਕਦਾ। ਇਸ ਕਰਕੇ ਮੈਂ ਇਹ ਫੈਸਲਾ ਕੀਤਾ ਕਿ ਮੈਂ ਮੇਅਰ ਦੀ ਰੇਸ ਵਾਸਤੇ ਕੰਟੈਸਟ ਕਰ ਰਿਹਾ। ਸੋਹੀ ਸਾਹਿਬ, ਜਿਵੇਂ ਜ਼ਿਕਰ ਕੀਤਾ ਕਿ 9 ਹੋਰ ਕੈਂਡੀਡੇਟ ਨੇ ਮੇਅਰ ਦੀ ਰੇਸ ਦੇ ਵਿੱਚ, ਜੀ, ਤੁਸੀਂ ਆਪਣੇ ਮੁਕਾਬਲੇ ਦੇ ਵਿੱਚ ਕਿਸ ਨੂੰ ਸਟਰੋਂਗੈਸਟ ਕੰਟੈਸਟੈਂਟ ਮੰਨਦੇ ਜੇ? ਦੇਖੋ ਮਨਜੀਤ, ਇਲੈਕਸ਼ਨ ਦੇ ਵਿੱਚ ਕਦੇ ਵੀ ਇਹ ਨਹੀਂ ਦੇਖਣਾ ਚਾਹੀਦਾ ਕਿ ਤੁਹਾਡਾ ਮੇਨ ਕੰਪੀਟੀਸ਼ਨ ਕੌਣ ਹੈ ਜਾਂ ਕੌਣ ਨਹੀਂ ਹੈ। ਇਲੈਕਸ਼ਨ ਤੁਸੀਂ ਆਪਣੇ ਮੁੱਦਿਆਂ 'ਤੇ ਲੜਨੀ ਹੁੰਦੀ ਹੈ। ਤੁਸੀਂ ਆਪਣੇ ਜੋ ਵਿਚਾਰ ਨੇ, ਜੋ ਲੋਕਾਂ ਅੱਗੇ ਰੱਖਣੇ ਨੇ, ਜਾਂ ਜੋ ਤੁਹਾਡੀ ਪੋਲਿਸੀਜ਼ ਨੇ, ਪਲੇਟਫਾਰਮ ਹੈ, ਲੋਕਾਂ ਦੇ ਅੱਗੇ ਰੱਖਣੇ। ਕੱਲ੍ਹ ਜਦੋਂ ਅਸੀਂ ਕੈਂਪੇਨ ਲਾਂਚ ਕੀਤੀ ਸੀ ਤੇ ਮੇਨ 4 ਮੁੱਦੇ ਮੈਂ ਉਠਾਏ ਸੀਗੇ ਜਿਹੜੇ ਮੈਂ ਸਮਝਦਾ ਕਿ ਬਹੁਤ ਜ਼ਰੂਰੀ ਨੇ ਸਾਡੇ ਵਾਸਤੇ ਟੈਕਲ ਕਰਨੇ। ਪਹਿਲਾਂ ਤਾਂ ਕਿ ਕੋਵਿਡ ਦਾ ਐਡਾ ਵੱਡਾ ਅਸਰ ਸਾਡੇ ਸਾਰੇ ਲੋਕਾਂ ਦੇ ਉੱਪਰ ਹੈ, ਪਰਿਵਾਰਾਂ ਦੇ ਉੱਪਰ, ਇੰਡੀਵਿਜੂਅਲ ਦੇ ਉੱਪਰ। ਸਾਡੀ ਇਕੋਨਮੀ ਦੀ ਬਹੁਤ ਮਾੜੀ ਹਾਲਤ ਹੋ ਚੁੱਕੀ ਹੈ ਕੋਵਿਡ ਦਾ ਕਰਕੇ। ਸੋ ਇਕੋਨਮੀ ਨੂੰ ਸੁਧਾਰਨਾ, ਇਕੋਨਮੀ ਦੇ ਵਿੱਚ ਇਕੱਲੇ ਜਿਹੜੇ ਸਮਾਲ ਬਿਜ਼ਨਸ ਨੇ ਉਹਨਾਂ ਨੂੰ ਸਪੋਰਟ ਕਰਨਾ, ਜਿਹੜੇ ਨਾਨ ਪ੍ਰੋਫਿਟ ਸੈਕਟਰ ਦੇ ਵਿੱਚ ਕੰਮ ਕਰਦੇ ਨੇ, ਜਿਹੜੇ ਆਰਟਿਸਟਸ ਨੇ ਜਾਂ ਕਲਚਰਲ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰਦੇ ਨੇ, ਇਕੋਨਮੀ ਦਾ ਹਰ ਐਸਪੈਕਟ ਜਿਹੜਾ ਪ੍ਰਭਾਵਿਤ ਹੋਇਆ। ਸੋ ਇਕਨੋਮਿਕ ਰਿਕਵਰੀ ਇੱਕ ਬਹੁਤ ਵੱਡਾ ਇਸ਼ੂ ਹੈ ਜਿਹਨੂੰ ਮੈਂ ਬੜੀ ਸਹਿਜਤਾ ਦੇ ਨਾਲ ਰਹਿ ਰਿਹਾ। ਦੂਜਾ ਹੈ ਕਿ ਆਪਣੇ ਕਲਾਈਮੇਟ ਚੇਂਜ ਦਾ ਇਸ਼ੂ ਹੈ ਕਿ ਕਲਾਈਮੇਟ ਬਦਲ ਰਿਹਾ, ਉਹਨੂੰ ਅਸੀਂ ਠੀਕ ਕਰਨ ਵਾਸਤੇ ਜੋ ਚੁਣੌਤੀਆਂ ਨੇ ਤੇ ਜਿਹੜੀਆਂ ਉਹਨੂੰ ਅਸੀਂ ਅਪਰਚੁਨਿਟੀਜ਼ ਕਿਵੇਂ ਲੈ ਸਕਦੇ ਕਿ ਹੋਰ ਜੌਬਸ, ਗ੍ਰੀਨ ਜੌਬਸ ਕ੍ਰੀਏਟ ਕਰ ਸਕੀਏ। ਸੋਸ਼ਲ ਇਸ਼ੂਜ਼ ਨੇ, ਅਫੋਰਡੇਬਲ ਹਾਊਸਿੰਗ, ਮੈਂਟਲ ਹੈਲਥ, ਹੋਮਲੈਸਨੈਸ, ਅਡਿਕਸ਼ਨਸ ਦੇ ਇਸ਼ੂ ਹੈ, ਓਪੀਏਟ ਦਾ ਐਡਾ ਵੱਡਾ ਕ੍ਰਾਈਸਿਸ ਚੱਲ ਰਿਹਾ ਸਾਡੀ ਪ੍ਰੋਵਿੰਸ ਦੇ ਵਿੱਚ, ਤੇ ਨਾਲ ਹੀ ਨਾਲ ਰੇਸਿਜ਼ਮ ਦਾ ਜਿਹੜਾ ਇਸ਼ੂ ਹੈਗਾ। ਇਹਨਾਂ ਨੂੰ ਲੈ ਕੇ ਆਪਾਂ ਕੈਂਪੇਨ ਚਲਾਵਾਂਗੇ
ਤੇ ਜਿਉਂ-ਜਿਉਂ ਅੱਗੇ ਕੈਂਪੇਨ ਵਧੀ ਹੋਰ ਜਿਹੜੇ ਆਪਣੇ ਡਿਟੇਲਡ ਪਲੇਟਫਾਰਮ ਹੈ ਉਹ ਅਨਾਉਂਸ ਕਰਾਂਗੇ। ਸੋਹੀ ਸਾਹਿਬ ਤੁਸੀਂ ਕਾਫੀ ਮੁੱਦੇ ਜਿਹੜੇ ਆ ਆਲਰੇਡੀ ਟੱਚ ਕਰ ਲਏ ਨੇ। ਇਹਦੇ ਵਿੱਚ ਇੱਕ ਅਹਿਮ ਮੁੱਦਾ ਹੈਗਾ ਜੀ ਕਿ ਪੋਸਟ ਪੈਂਡੈਮਿਕ ਜਿਹੜੀ ਇਕਨੋਮਿਕ ਰਿਕਵਰੀ ਹੋਵੇਗੀ ਉਹ ਇੱਕ ਕਾਫੀ ਵੱਡਾ ਚੈਲੰਜ ਆ। ਉਹਦੇ ਵਾਸਤੇ ਤੁਹਾਡਾ ਕੀ ਰੋਡ ਮੈਪ ਆ? ਔਰ ਇੱਕ ਹੋਰ ਇਹਦੇ ਨਾਲ ਰਲਦਾ ਮਿਲਦਾ ਸਵਾਲ ਆ ਕਿ ਡਾਊਨਟਾਊਨ ਦੇ ਵਿੱਚ ਜਿਹੜਾ ਕੋਰ ਏਰੀਆ ਵਾ ਜੀ ਉਹ ਆਲਮੋਸਟ ਖਾਲੀ ਹੋ ਚੁੱਕਿਆ ਵਾ ਡਿਊ ਟੂ ਕੋਵਿਡ ਇਫੈਕਟ। ਸੋ ਕਿਵੇਂ ਉਸ ਨੂੰ ਅਟਰੈਕਟ ਕਰੋਗੇ ਕਿ ਦੁਬਾਰਾ ਉਹ ਜਿਹੜੀ ਰੌਣਕ ਆ ਡਾਊਨਟਾਊਨ ਦੇ ਵਿੱਚ ਦੁਬਾਰਾ ਸ਼ੁਰੂ ਹੋ ਜਾਏ, ਕੰਮਕਾਰ ਜਿਹੜੇ ਆ ਦੁਬਾਰਾ ਸ਼ੁਰੂ ਹੋ ਜਾਣ? ਹਾਂਜੀ, ਜਿਹੜੇ ਤੁਹਾਡੇ ਦੋਨੋਂ ਸਵਾਲ ਮਨਜੀਤ ਇਹ ਰਿਲੇਟਡ ਨੇ, ਕਿਉਂਕਿ ਇਕੋਨਮੀ ਦੀ ਮਾੜੀ ਹਾਲਤ ਹੋਣ ਦਾ ਵੱਡਾ ਕਾਰਨ ਇਹੀ ਹੈ ਕਿ ਕੋਵਿਡ ਦੇ ਵਿੱਚ ਲੋਕੀ ਬਾਹਰ ਨਹੀਂ ਜਾ ਸਕਦੇ, ਬਿਜ਼ਨਸ ਨਹੀਂ ਕਰ ਸਕਦੇ, ਸ਼ਾਪਿੰਗ ਨਹੀਂ ਕਰ ਸਕਦੇ, ਡਾਊਨਟਾਊਨ ਨਹੀਂ ਜਾ ਸਕਦੇ। ਡਾਊਨਟਾਊਨ ਦੇ ਜਿਹੜੇ ਲੋਕੀ ਕੰਮ ਕਰਦੇ ਸੀ ਡਾਊਨਟਾਊਨ ਦੇ ਵਿੱਚ ਹੁਣ ਘਰਾਂ ਚੋਂ ਕੰਮ ਕਰ ਰਹੇ ਨੇ ਜੀ। ਜਦੋਂ ਕੋਵਿਡ ਖਤਮ ਹੋਇਆ ਤਾਂ ਪਹਿਲੀ ਕੋਸ਼ਿਸ਼ ਆਪਣੀ ਇਹ ਹੋਈ ਹੈ ਕਿ ਵੱਧ ਤੋਂ ਵੱਧ ਲੋਕੀ ਡਾਊਨਟਾਊਨ ਦੇ ਵਿੱਚ ਜਾਣ, ਬਾਹਰ ਸ਼ਾਪਿੰਗ ਕਰਨ ਤੇ ਜਿਹੜੀ ਖਰੀਦ ਕਰਨੀ ਹੈ, ਜੋ ਸਮਾਨ ਉਹਨਾਂ ਨੇ ਖਰੀਦਣਾ ਹੈ ਆਪ ਜਾ ਕੇ ਖਰੀਦਣਾ ਤੇ ਜਾਂ ਤਾਂ ਕਿ ਜਿਹੜੀ ਰੌਣਕ ਵਧੇ। ਦੂਸਰਾ ਹੈ ਕਿ ਜਿਹੜੇ ਸਮਾਲ ਬਿਜ਼ਨਸ ਜਿਹੜੇ ਸਟਰਗਲ ਕਰ ਰਹੇ ਨੇ ਉਹਨਾਂ ਨੂੰ ਅਸੀਂ ਕਿਵੇਂ ਸਪੋਰਟ ਕਰਨੀ ਹੈ। ਇਹ ਵੀ ਇੱਕ ਮੁੱਦਾ ਹੈਗਾ ਜਿਹੜਾ ਅਸੀਂ ਪ੍ਰੋਵਿੰਸ ਦੇ ਨਾਲ ਮਿਲ ਕੇ, ਫੈਡਰਲ ਗਵਰਨਮੈਂਟ ਨਾਲ ਮਿਲ ਕੇ, ਸਾਰੀ ਕੌਂਸਲ ਮਿਲ ਕੇ ਇਸ ਨੂੰ ਸੁਲਝਾਵੇਗੀ। ਸੋ ਇਹਦੇ ਨਾਲ ਨਾਲ ਜਿਹੜੀ ਸਾਡੀ ਨਵੀਂ ਇਕੋਨਮੀ ਹੈ ਕਿੱਦਾਂ ਦੀ ਅਸੀਂ ਜੌਬਸ ਕ੍ਰੀਏਟ ਕਰ ਸਕਦੇ ਹਾਂ। ਮੈਨੂੰ ਲੱਗਦਾ ਕਿ ਬਹੁਤ ਪੋਟੈਂਸ਼ੀਅਲ ਹੈਗਾ ਅਲਬਰਟਾ ਦੇ ਵਿੱਚ, ਪੈਟਰੋਕੈਮੀਕਲ ਸੈਕਟਰ ਦੇ ਵਿੱਚ, ਜੀਓਥਰਮਲ ਸੈਕਟਰ ਦੇ ਵਿੱਚ, ਨਿਊ ਟੈਕਨੋਲੋਜੀ ਦੇ ਵਿੱਚ, ਤੇ ਫੈਡਰਲ ਗਵਰਨਮੈਂਟ ਦੀਆਂ ਜਿਹੜੀਆਂ ਸਪੋਰਟ ਨੇ ਉਹਨੂੰ ਆਪਾਂ ਲੈ ਕੇ ਕਲਾਈਮੇਟ ਚੇਂਜ ਨੂੰ ਟੈਕਲ ਕਰਨ ਵਾਸਤੇ ਬਹੁਤ ਕੁਝ ਕਰ ਸਕਦੇ ਹਾਂ, ਉਹਨੂੰ ਨਵੀਆਂ ਜੌਬਸ ਕ੍ਰੀਏਟ ਕਰ ਸਕਦੇ ਹਾਂ। ਸੋ ਇਸ ਤਰ੍ਹਾਂ ਦੀ ਬਹੁਤ ਓਪਰਚੁਨਿਟੀ ਜਿਨ੍ਹਾਂ ਬਾਰੇ ਡਿਟੇਲ 'ਚ ਗੱਲ ਕਰਾਂਗੇ ਜਦੋਂ ਆਪਾਂ ਆਪਣੀ ਕੈਂਪੇਨ ਦਾ ਪਲੇਟਫਾਰਮ ਲਾਂਚ ਕੀਤਾ। ਠੀਕ ਹੈ ਸੋਹੀ ਸਾਹਿਬ, ਤੁਸੀਂ ਆਲਰੇਡੀ ਜ਼ਿਕਰ ਕੀਤਾ ਵੀ ਸਮਾਲ ਬਿਜ਼ਨੈਸਿਸ ਕਾਫੀ ਮਾੜੇ ਸਮੇਂ ਦੇ ਵਿੱਚੋਂ ਲੰਘ ਰਹੇ ਨੇ। ਨੋ ਡਾਊਟ ਉਹਨਾਂ ਦੀਆਂ ਓਵਰਹੈਡ ਕਾਫੀ ਪ੍ਰੋਬਲਮਸ ਨੇ, ਆਪਰੇਸ਼ਨ ਕਾਸਟ ਇਜ਼ ਅ ਵੈਰੀ ਬਿਗ ਇਸ਼ੂ। ਨਾਲ ਦੇ ਨਾਲ ਇੱਕ ਬੜਾ ਅਹਿਮ ਇਸ਼ੂ ਹੈ ਤੁਹਾਡੇ ਮੈਂ ਜ਼ਿਹਨ 'ਚ ਲਿਆਉਣਾ ਚਾਹੁੰਦਾ, ਫੀਡਬੈਕ ਦੇਣਾ ਚਾਹੁੰਦਾ ਤੁਹਾਨੂੰ ਤਾਂ ਕਿ ਤੁਸੀਂ ਇਹਦੇ ਉੱਪਰ ਵਰਕਆਊਟ ਕਰ ਸਕੋ ਜੀ, ਕਿ ਵੱਡੇ ਵੱਡੇ ਜਿਹੜੇ ਮਾਲ ਨੇ ਜਿਵੇਂ ਵੈਸਟ ਐਡਮਿੰਟਨ ਮਾਲ ਆ ਜਾਂ ਸਾਊਥਗੇਟ ਮਾਲ ਆ, ਇਹਨਾਂ ਦੇ ਵਿੱਚ ਟੈਨੈਂਟਸ ਜਿਹੜੇ ਨੇ ਬਿਜ਼ਨਸ ਛੋਟੇ ਛੋਟੇ ਉਹਨਾਂ ਦੀਆਂ ਰੈਂਟਲ ਪ੍ਰੋਬਲਮ ਬਹੁਤ ਨੇ ਜੀ। $20,000 ਉਹਨਾਂ ਦੇ ਰੈਂਟ ਨੇ ਤੇ ਇਸ ਵੇਲੇ ਉਹਨਾਂ ਨੂੰ ਕਾਫੀ ਸਮੱਸਿਆਵਾਂ ਆ ਰਹੀਆਂ ਨੇ। ਉਹ ਬਿਜ਼ਨਸਮੈਨਾਂ ਦੀ ਸਾਨੂੰ ਫੀਡਬੈਕ ਆਈ ਹੈ ਵੀ ਸੋਹੀ ਸਾਹਿਬ ਨੂੰ ਸਵਾਲ ਜ਼ਰੂਰ ਪੁੱਛਣਾ ਵੀ ਸਿਟੀ ਇਹਦੇ ਵਿੱਚ ਇੰਟਰਵੈਂਸ਼ਨ ਕਰੇਗੀ ਜਦੋਂ ਤੁਸੀਂ ਮੇਅਰ ਬਣ ਗਏ? ਦੇਖੋ, ਮੈਂ ਪਹਿਲੇ 2-3 ਮਹੀਨੇ ਤੋਂ ਕਾਫੀ ਲੋਕਾਂ ਦੇ ਨਾਲ ਸਲਾਹ ਕਰ ਰਹੇ ਹਾਂ ਕਿ ਕਿਹੜੇ ਮਸਲੇ ਤੇ ਅਸੀਂ ਉਹਨਾਂ ਨੂੰ ਕਿਵੇਂ ਹੱਲ ਕਰ ਸਕਦੇ ਹਾਂ। ਸੋ ਜਿਹੜਾ ਮਸ਼ਵਰਾ ਹੈਗਾ ਉਹ ਚੱਲਦਾ ਰਹਿਣਾ। ਅਸੀਂ ਸਾਰਿਆਂ ਦੇ ਨਾਲ ਜਦੋਂ ਅੱਗੇ ਪਲਾਨ ਬਣਾਏ ਤਾਂ ਉਹਨਾਂ ਸਾਰਿਆਂ ਨਾਲ ਮਿਲਾਂਗੇ। ਇਹਦੇ ਵਿੱਚ ਕੁਝ ਕੰਮ ਨੇ ਜਿਹੜੇ ਸਿਟੀ ਦੇ ਹੱਥ ਹੈਗੇ ਆ, ਕੁਝ ਕੰਮ ਨੇ ਜਿਹੜੇ ਪ੍ਰੋਵਿੰਸ ਦੇ ਹੱਥ ਹੈਗੇ, ਕੁਝ ਕੰਮ ਨੇ ਜਿਹੜੇ ਫੈਡਰਲ ਗਵਰਨਮੈਂਟ ਦੇ ਹੱਥ ਹੈਗੇ ਆ। ਤੇ ਫੈਡਰਲ ਗਵਰਨਮੈਂਟ ਨੇ ਕੁਝ ਪ੍ਰੋਗਰਾਮ ਅਨਾਉਂਸ ਵੀ ਕੀਤੇ ਜਿਨ੍ਹਾਂ ਦੀ ਮੈਂ ਵੀ ਸਪੋਰਟ ਕੀਤੀ, ਮੈਂ ਵੀ ਉਹਨਾਂ ਨੂੰ ਇਨਕਰੇਜ ਕੀਤਾ ਕਿ ਸਪੋਰਟ ਹੋਰ ਜਿਹੜੀ ਹੋਣੀ ਚਾਹੀਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਨਾ ਸਾਰਿਆਂ ਨਾਲ ਮਿਲ ਕੇ ਕੰਮ ਕਰਾਂਗੇ। ਠੀਕ ਹੈ ਜੀ। ਸੋਹੀ ਸਾਹਿਬ, ਮਿਕੀਵਨ ਯੂਨੀਵਰਸਿਟੀ ਦੇ ਨਾ ਪੋਲੀਟੀਕਲ ਸਾਇੰਟਿਸਟ ਨੇ ਚੈਡਲਿਨ ਮਿਨਸ਼ਾ, ਉਹਨਾਂ ਵੱਲੋਂ ਤੁਹਾਡੇ ਸੰਬੰਧੀ ਇੱਕ ਕਮੈਂਟ ਕੀਤਾ ਗਿਆ ਜੀ ਕਿ ਸੋਹੀ ਸਾਹਿਬ ਇੱਕ ਫਾਰਮੀਡੇਬਲ ਕੈਂਡੀਡੇਟ ਨੇ ਫॉर ਮੇਅਰਸ਼ਿਪ, ਔਰ ਜਿਹੜਾ ਉਹਨਾਂ ਦਾ ਤਜਰਬਾ ਹੈਗਾ ਵਾ ਐਜ਼ ਏ ਮੈਂਬਰ ਆਫ ਕਾਉਂਸਲ ਐਂਡ ਕਨੈਕਸ਼ਨਸ ਵਿਦ ਫੈਡਰਲ ਗਵਰਨਮੈਂਟ, ਉਹ ਕਾਫੀ ਹੈਲਪਫੁਲ ਹੋ ਸਕਦੇ ਨੇ ਜਿਹੜੀਆਂ ਹੋਮਲੈਸਨੈਸ ਦੀ ਪ੍ਰੋਬਲਮ ਆ ਜਾਂ ਜਿਹੜੀ ਕਲਾਈਮੇਟ ਇਸ਼ੂ ਆ ਜਾਂ ਹੋਰ ਇਦਾਂ ਦੇ ਮੁੱਦੇ ਨੇ। ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਮੈਂ ਇਹ ਸਮਝਦਾ ਮਨਜੀਤ ਕਿ ਜੋ ਕੰਮ ਮੈਂ ਅੱਜ ਤੱਕ ਕੀਤੇ ਨੇ ਉਹ ਰਿਲੇਸ਼ਨਸ਼ਿਪ ਬਣਾ ਕੇ ਕੀਤੇ ਨੇ, ਮੇਲ ਮਿਲਾਪ ਦੇ ਨਾਲ ਕੀਤੇ ਨੇ। ਮੈਂ ਸਮਝਦਾ ਕਿ ਇੱਦਾਂ ਦੇ ਮਸਲਿਆਂ ਦੇ ਵਿੱਚ ਨਿਕਲਣ ਵਾਸਤੇ ਕੋਲੈਬੋਰੇਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਅਗਰ ਮਿਲ ਕੇ ਕੰਮ ਹੀ ਨਹੀਂ ਕਰ ਸਕਦੇ ਤਾਂ ਮਸਲੇ ਕਿਵੇਂ ਹੱਲ ਕਰਾਂਗੇ। ਇਹ ਮੇਰਾ ਪਹਿਲੇ ਦਿਨ ਤੋਂ ਰਿਹਾ ਕਿ ਇੱਕ ਵਿਅਕਤੀ ਦੇ ਹੱਥ ਕੁਝ ਨਹੀਂ ਹੁੰਦਾ, ਪੂਰੀ ਕੌਂਸਲ ਦੇ ਜਿਹੜੀ ਹੈ ਤੁਹਾਡੀ ਯੂਨਿਟੀ ਚਾਹੀਦੀ ਹੁੰਦੀ, ਤੁਹਾਡੀ ਕਮਿਊਨਿਟੀ ਦੀ ਯੂਨਿਟੀ ਚਾਹੀਦੀ ਹੁੰਦੀ ਹੈ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੁੰਦੀ ਆ। ਉਹੀ ਮੈਂ ਫੈਡਰਲ ਗਵਰਨਮੈਂਟ ਦੇ ਵਿੱਚ ਕੀਤਾ ਸੀ, ਉਹੀ ਮੈਂ ਮਿਊਨਿਸਪਲ ਗਵਰਨਮੈਂਟ ਦੇ ਵਿੱਚ ਕੀਤਾ ਸੀ ਤੇ ਉਹੀ ਜਿਹੜਾ ਸਟਾਈਲ ਹੈ ਅੱਗੇ ਚੱਲੇਗਾ ਜੇ ਆਪਾਂ ਇਲੈਕਟ ਹੋ ਜਾਂਦੇ ਹਾਂ ਮੇਅਰ ਦੇ ਤੌਰ ਤੇ। ਸੋ ਮਿਲ ਕੇ ਸਾਂਝੇ ਤੌਰ ਤੇ ਕੰਮ ਕਰਾਂਗੇ। ਸੋਹੀ ਸਾਹਿਬ, 2-3 ਬੜੇ ਕਲੀਅਰ ਸਵਾਲ ਨੇ। ਇੱਕ ਪ੍ਰੋਪਰਟੀ ਟੈਕਸ ਨੂੰ ਲੈ ਕੇ ਸਵਾਲ ਹੈ ਜੀ, ਕਿਉਂਕਿ ਤੁਹਾਡੇ ਜਦੋਂ ਤੁਸੀਂ ਫੇਸਬੁੱਕ ਲਾਈਵ ਹੋਇਆ ਜੀ ਉਹਦੇ ਵਿੱਚੋਂ ਮੈਂ ਸਵਾਲ ਕੱਢੇ ਨੇ, ਕੁਝ ਸਾਨੂੰ ਵੀ ਸਵਾਲ ਆਏ ਨੇ ਸਿੱਧੇ ਵੀ ਸੋਹੀ ਸਾਹਿਬ ਨੂੰ ਜ਼ਰੂਰ ਪੁੱਛਿਓ ਕਿ ਪਿਛਲੇ 3 ਸਾਲਾਂ ਤੋਂ ਜਦੋਂ ਸਿਟੀ ਪ੍ਰੋਪਰਟੀਜ਼ ਦੀ ਅਸੈਸਮੈਂਟ ਕਰਦੀ ਹੈ ਜੀ ਕਿ ਪ੍ਰੋਪਰਟੀਜ਼ ਦੀ ਵੈਲਿਊ ਲਗਾਤਾਰ ਘਟ ਰਹੀ ਹੈ, ਪਰ ਜਿਹੜੇ ਪ੍ਰੋਪਰਟੀ ਟੈਕਸਿਸ ਨੇ ਉਹ ਐਜ਼ ਇਟ ਇਜ਼ ਨੇ, ਉਹਦੇ ਵਿੱਚ ਕੋਈ ਘਾਟਾ ਨਜ਼ਰ ਨਹੀਂ ਆ ਰਿਹਾ। ਸੋ
ਜਦੋਂ ਤੁਸੀਂ ਮੇਅਰ ਬਣ ਜਾਓਗੇ ਕੋਈ ਇਹੋ ਜਿਹਾ ਤਵੱਜੋ ਦਿਓਗੇ ਜੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੇ ਐਡਮਿੰਟਨ ਵਾਸੀ ਨੇ ਉਹਨਾਂ ਨੂੰ ਫਾਈਨੈਂਸ਼ੀਅਲੀ ਕੋਈ ਰਾਹਤ ਦਿੱਤੀ ਜਾ ਸਕੇ? ਦੇਖੋ, ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਸਮਝਣ ਦੀ ਲੋੜ ਹੁੰਦੀ ਹੈ ਕਿ ਅਸੀਂ ਪ੍ਰਾਪਰਟੀ ਟੈਕਸ ਪੇ ਕਾਹਦੇ ਵਾਸਤੇ ਕਰਦੇ ਹਾਂ। ਜੀ। ਪ੍ਰਾਪਰਟੀ ਟੈਕਸ ਦੀ ਸਾਨੂੰ ਵੈਲਿਊ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ। ਅਸੀਂ ਉਸ ਪ੍ਰਾਪਰਟੀ ਟੈਕਸ ਦੇ ਨਾਲ ਸਾਨੂੰ ਪੁਲਿਸ ਸਰਵਿਸ ਮਿਲਦੀ ਹੈ, ਸਾਨੂੰ ਫਾਇਰ ਸਰਵਿਸ ਮਿਲਦੀ ਹੈ, ਸਾਨੂੰ ਪਬਲਿਕ ਟਰਾਂਜ਼ਿਟ ਮਿਲਦਾ, ਸਾਨੂੰ ਰੈਕਰੀਏਸ਼ਨਲ ਫੈਸਿਲਿਟੀਜ਼ ਮਿਲਦੀਆਂ ਨੇ, ਸਾਨੂੰ ਪਾਰਕਸ ਮਿਲਦੇ ਨੇ, ਗ੍ਰੀਨ ਸਪੇਸ ਮਿਲਦਾ ਤੇ ਸਾਡੀਆਂ ਸੜਕਾਂ ਸਾਫ਼ ਹੁੰਦੀਆਂ ਨੇ, ਸਨੋ ਰਿਮੂਵਲ ਹੁੰਦੀ ਹੈ, ਸਾਡਾ ਇਨਫਰਾਸਟ੍ਰਕਚਰ ਬਿਲਡ ਕੀਤਾ ਜਾ ਰਿਹਾ। ਕਿ ਅਸੀਂ ਜੋ ਟੈਕਸ ਪੇ ਕਰਦੇ ਹਾਂ ਉਹਦੀ ਸਾਨੂੰ ਵੈਲਿਊ ਮਿਲਦੀ ਹੈ? ਇਹ ਕੁਐਸਚਨ ਤੇ ਜ਼ਰੂਰ ਡਿਸਕਸ਼ਨ ਹੋਣੀ ਚਾਹੀਦੀ ਹੈ। ਤੇ ਨਾਲ ਜਿਹੜੇ ਟੈਕਸਿਸ ਨੇ ਉਹ ਅਫੋਰਡੇਬਲ ਹੋਣੇ ਚਾਹੀਦੇ। ਟੈਕਸਿਸ ਐਵੇਂ ਨਹੀਂ ਵਧਾਉਣੇ ਚਾਹੀਦੇ ਕਿ ਸਾਨੂੰ ਜੇ ਲੋੜ ਨਹੀਂ ਹੈ ਤਾਂ ਨਹੀਂ ਵਧਾਉਣੇ ਚਾਹੀਦੇ। ਅਗਰ ਸਾਨੂੰ ਲੋੜ ਹੈ ਤਾਂ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿਉਂ ਉਹ ਟੈਕਸ ਵਧ ਰਿਹਾ ਤੇ ਉਹ ਪੈਸਾ ਜਾਣਾ ਕਿੱਥੇ ਹੈ। ਉਹਦੀ ਅਕਾਊਂਟੇਬਿਲਟੀ ਜ਼ਰੂਰ ਹੋਣੀ ਚਾਹੀਦੀ ਹੈ। ਤੇ ਜਿਹੜਾ ਤੁਸੀਂ ਸਵਾਲ ਕੀਤਾ ਕਿ ਵੈਲਿਊਜ਼ ਘਰਾਂ ਦੀਆਂ ਵੱਧਦੀਆਂ ਜਾਂ ਘਟਦੀਆਂ, ਤੇ ਉਹਦੇ ਨਾਲ ਜਿਹੜਾ ਪ੍ਰਾਪਰਟੀ ਟੈਕਸ ਸ਼ਿਫਟ ਹੁੰਦਾ ਰਹਿੰਦਾ, ਕਿਸੇ ਦਾ ਵੱਧ ਜਾਂਦਾ ਕਿਸੇ ਦਾ ਘਟ ਜਾਂਦਾ। ਇਹ ਬੜਾ ਕਿ ਇੱਕ ਕੰਪਲੀਕੇਟਡ ਫਾਰਮੂਲਾ ਜੋ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਲੈਜਿਸਲੇਸ਼ਨ ਦੀ ਰਿਕੁਆਇਰਮੈਂਟ ਹੈਗੀ, ਜਿਹਦੇ ਅਨੁਸਾਰ ਮਿਊਨਿਸਪੈਲਿਟੀ ਨੂੰ ਚੱਲਣਾ ਪੈਂਦਾ। ਪਰ ਜਿਹੜੀ ਵੈਲਿਊ ਹੈ ਉਹ ਇਹ ਪ੍ਰੋਪੋਜੀਸ਼ਨ ਸਾਨੂੰ ਇਹ ਦੇਖਣੀ ਚਾਹੀਦੀ, ਸਾਨੂੰ ਇਹ ਦੇਖਣਾ ਚਾਹੀਦਾ ਕਿ ਜੋ ਅਸੀਂ ਟੈਕਸ ਪੇ ਕਰਦੇ ਹਾਂ ਕੀ ਸਾਨੂੰ ਉਸ ਦਾ ਫਾਇਦਾ ਹੋ ਰਿਹਾ, ਉਸ ਦੀ ਸਾਨੂੰ ਸਰਵਿਸਿਜ਼ ਮਿਲ ਰਹੀਆਂ ਕਿ ਨਹੀਂ ਮਿਲ ਰਹੀਆਂ। ਅਗਰ ਉਹ ਸਾਨੂੰ ਸਰਵਿਸ ਨਹੀਂ ਮਿਲਦੀਆਂ ਤਾਂ ਸਾਨੂੰ ਜ਼ਰੂਰ ਕੁਐਸਚਨ ਕਰਦੇ ਕਿ ਕਿਉਂ ਨਹੀਂ ਮਿਲਦੀਆਂ ਤੇ ਕਿਸ ਤਰ੍ਹਾਂ ਅਸੀਂ ਜਿਹੜੀਆਂ ਸਰਵਿਸਿਜ਼ ਨੂੰ ਵਧੀਆ ਢੰਗ ਨਾਲ ਵਧਾ ਸਕਦੇ ਹਾਂ ਤੇ ਟੈਕਸਿਸ ਨੂੰ ਅਫੋਰਡੇਬਲ ਰੱਖ ਸਕਦੇ ਹਾਂ। ਜਿਵੇਂ ਜ਼ਿਕਰ ਕੀਤਾ ਤੁਸੀਂ ਸੋਹੀ ਸਾਹਿਬ ਕਿ ਜਿਹੜੇ ਟੈਕਸ ਹੁੰਦੇ ਨੇ ਉਹਨੂੰ ਪਤਾ ਲੱਗਣਾ ਚਾਹੀਦਾ ਵੀ ਕਿਉਂ ਲੱਗਦੇ ਨੇ ਔਰ ਕਿੱਥੇ ਖਰਚ ਕੀਤੇ ਜਾਂਦੇ ਨੇ। ਇਦਾਂ ਦੇ ਕੁਝ ਸਵਾਲ ਆਏ ਨੇ ਜੀ ਦਰਸ਼ਕਾਂ ਦੇ ਕਿ ਜਿਹੜੀਆਂ ਸੜਕਾਂ ਦੀ ਜਾਂ ਸਟਰੀਟਸ ਦੀ ਮੇਨਟੇਨੈਂਸ ਆ, ਸਾਈਡ ਵਾਕਸ ਦੀ ਮੇਨਟੇਨੈਂਸ ਆ, ਗਰਮੀਆਂ ਦੇ ਵਿੱਚ ਘਾਹ ਕੱਟਣਾ, ਮਸਕੀਟੋਸ ਦੀ ਬਹੁਤ ਪ੍ਰੋਬਲਮ ਹੁੰਦੀ ਹੈ ਸ਼ਹਿਰ ਦੇ ਵਿੱਚ, ਔਰ ਸਰਦੀਆਂ ਦੇ ਵਿੱਚ ਸਨੋ ਰਿਮੂਵਲ, ਇੱਥੇ ਕਿਤੇ ਨਾ ਕਿਤੇ ਖਾਮੀਆਂ ਜਿਹੜੀਆਂ ਨੇ ਇਹ ਪਿਛਲੇ 2-3 ਸਾਲਾਂ ਦੇ ਵਿੱਚ ਨਜ਼ਰ ਆਈਆਂ ਨੇ। ਔਰ ਨਾਲ ਦੇ ਨਾਲ ਇਹਨਾਂ ਚੀਜ਼ਾਂ ਦੇ ਵਿੱਚ ਟਰਾਂਸਪੇਰੈਂਸੀ ਦੀ ਘਾਟ ਵੀ ਨਜ਼ਰ ਆਈ ਆ। ਸੋ ਤੁਸੀਂ ਮੇਅਰ ਬਣ ਗਏ ਤੇ ਇਹਨਾਂ ਚੀਜ਼ਾਂ ਨੂੰ ਕਿਵੇਂ ਹੈਂਡਲ ਕਰੋਗੇ ਜੀ? ਦੇਖੋ, ਟਰਾਂਸਪੇਰੈਂਸੀ ਤੇ ਅਕਾਊਂਟੇਬਿਲਟੀ ਬਹੁਤ ਜ਼ਰੂਰੀ ਹੈ ਜੀ। ਲੋਕਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਜੋ ਸਰਵਿਸ ਅਸੀਂ ਲੈ ਰਹੇ ਹਾਂ ਉਹਦੀ ਵੈਲਿਊ ਕੀ ਹੈ ਸਾਡੇ ਵਾਸਤੇ। ਜਿਹੜਾ ਅਸੀਂ ਟੈਕਸ ਪੇ ਕਰ ਰਹੇ ਹਾਂ ਉਹ ਕਿੱਥੇ ਜਾ ਰਿਹਾ ਤੇ ਕਿਸ ਤਰ੍ਹਾਂ ਸਾਨੂੰ ਉਹਦਾ ਫਾਇਦਾ ਹੋ ਰਿਹਾ। ਸਨੋ ਰਿਮੂਵਲ ਦਾ ਭਾਵੇਂ ਮਸਲਾ ਹੋਵੇ ਜਾਂ ਉਹ ਪਬਲਿਕ ਟਰਾਂਜ਼ਿਟ ਦਾ ਮਸਲਾ ਹੋਵੇ ਜਾਂ ਸਾਈਡ ਵਾਕਸ ਦੀਆਂ ਸਫਾਈਆਂ ਦਾ ਜਾਂ ਤੁਸੀਂ ਕਰੋ ਕੋਈ ਮਸਕੀਟੋ ਕੰਟਰੋਲ ਵਾਸਤੇ ਜਾਂ ਘਾਹ ਕੱਟਣ ਵਾਸਤੇ, ਇਹ ਬੇਸਿਕ ਸਰਵਿਸਿਜ਼ ਨੇ ਜਿਹੜੀਆਂ ਮਿਊਨਿਸਪੈਲਿਟੀ ਨੂੰ ਵਧੀਆ ਢੰਗ ਦੇ ਨਾਲ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਨੇ। ਅਗਰ ਇਹ ਪ੍ਰੋਵਾਈਡ ਨਹੀਂ ਹੋ ਰਹੀਆਂ ਤਾਂ ਮਿਊਨਿਸਪੈਲਿਟੀ ਆਪਣਾ ਜਿਹੜਾ ਬੇਸਿਕ ਰੋਲ ਹੈ ਉਹ ਨਹੀਂ ਨਿਭਾ ਰਹੀ ਤੇ ਇਹਦੇ ਵਾਸਤੇ ਸਾਨੂੰ ਜ਼ਰੂਰ ਸਵਾਲ ਉਠਾਉਣੇ ਚਾਹੀਦੇ ਆ। ਤੇ ਮੈਂ ਇਹਨਾਂ ਬਾਰੇ ਜ਼ਰੂਰ ਜਿਹੜੀਆਂ ਇਹ ਮੇਰੇ ਵਾਸਤੇ ਪ੍ਰਾਇੋਰਟੀਜ਼ ਹੋਣੀਆਂ ਨੇ ਕਿ ਜਿਹੜੀਆਂ ਸਰਵਿਸਿਜ਼ ਹੈਗੀਆਂ ਲੋਕਾਂ ਨੂੰ ਕੁਆਲਿਟੀ ਸਰਵਿਸਿਜ਼ ਮਿਲਣੀਆਂ ਚਾਹੀਦੀਆਂ ਨੇ ਤੇ ਮਿਲਣੀਆਂ ਵੀ ਇਸ ਤਰ੍ਹਾਂ ਚਾਹੀਦੀਆਂ ਕਿ ਉਹ ਅਫੋਰਡੇਬਲ ਹੋਣ ਉਹਨਾਂ ਵਾਸਤੇ ਤੇ ਨਾਲ ਹੀ ਨਾਲ ਅਕਾਊਂਟੇਬਿਲਟੀ ਜ਼ਰੂਰ ਹੋਵੇ ਕਿ ਤਾਂ ਕਿ ਲੋਕਾਂ ਨੂੰ ਪਤਾ ਹੋਵੇ ਕਿ ਅਗਰ ਕੋਈ ਸਰਵਿਸ ਨਹੀਂ ਮਿਲੀ ਤੇ ਕਿਉਂ ਨਹੀਂ ਮਿਲ ਰਹੀ ਤੇ ਕਿਵੇਂ ਉਹ ਅਸੀਂ ਹਾਸਲ ਕਰ ਸਕਦੇ ਹਾਂ। ਠੀਕ ਹੈ ਜੀ। ਸੋਹੀ ਸਾਹਿਬ, ਤੁਸੀਂ ਨੋਟ ਕੀਤਾ ਹੋਊਗਾ ਸਮੇਂ-ਸਮੇਂ ਤੇ ਸਿਟੀ ਵੱਲੋਂ ਰੈਜ਼ੀਡੈਂਸ਼ੀਅਲ ਲਾਟ ਜਿਹੜੇ ਨੇ ਉਹਨਾਂ ਦੀਆਂ ਲੋਟਰੀ ਦੇ ਰਾਹੀਂ ਲਾਟ ਕੀਤੇ ਜਾਂਦੇ ਨੇ ਜੀ। ਪਰ ਪਿਛਲੇ ਸਮੇਂ ਵਿੱਚ ਲੋਕਾਂ ਵੱਲੋਂ ਥੋੜਾ ਜਿਹਾ ਰੋਸ਼ ਨਜ਼ਰ ਆਇਆ ਵਾ, ਲੋਕਾਂ ਦੇ ਵਿੱਚ ਥੋੜਾ ਜਿਹਾ ਇਦਾਂ ਦੀ ਨਜ਼ਰ ਆਈ ਵੀ ਕਿਤੇ ਨਾ ਕਿਤੇ ਸਿਟੀ ਜਿਹੜੀ ਆ ਬਿਲਡਰਸ ਦਾ ਸਮਰਥਨ ਕਰ ਰਹੀ ਆ ਔਰ ਆਮ ਲੋਕਾਂ ਨੂੰ ਜਿਹੜੇ ਲਾਟਸ ਨੇ ਉਹ ਨਹੀਂ ਮਿਲ ਪਾ ਰਹੇ ਜੀ। ਸੋ ਇਸ ਸੰਬੰਧ ਵਿੱਚ ਤੁਹਾਡੀ ਕੀ ਪਾਲਿਸੀ ਹੋਵੇਗੀ ਜੀ? ਦੇਖੋ, ਮੈਂ ਇਹ ਸਮਝਦਾ ਕਿ ਜਿਹੜਾ ਡਿਵੈਲਪਮੈਂਟ ਹੈਗੀ ਹੈ ਮੈਜੋਰਟੀ ਡਿਵੈਲਪਮੈਂਟ ਪ੍ਰਾਈਵੇਟ ਸੈਕਟਰ ਵੱਲੋਂ ਹੁੰਦੀ ਹੈ ਤੇ ਡਿਵੈਲਪਮੈਂਟ ਨੂੰ ਸਪੋਰਟ ਕਰਨਾ ਸਿਟੀ ਦਾ ਫਰਜ਼ ਹੁੰਦਾ ਹੈ ਕਿ ਹਰ ਏਰੀਆ ਦਾ ਜਿਹੜਾ ਏਰੀਆ ਸਟਰਕਚਰ ਪਲਾਨ ਬਣਾ ਰਹੇ ਹਾਂ ਅਸੀਂ, ਨੇਬਰਹੁੱਡ ਸਟਰਕਚਰ ਪਲਾਨ ਬਣਾ ਰਹੇ ਹਾਂ, ਉਹ ਬਣਾਈਏ ਤੇ ਉਹਦੇ ਵਿੱਚ ਇੱਦਾਂ ਦੀਆਂ ਜਿਹੜੀਆਂ ਸਹੂਲਤਾਂ ਹੋਣ ਕਿ ਉੱਤੇ ਹਰ ਤਰ੍ਹਾਂ ਦਾ ਘਰ ਬਣ ਸਕਦਾ ਹੋਵੇ, ਭਾਵੇਂ ਛੋਟਾ ਘਰ ਹੈ, ਵੱਡਾ ਘਰ ਹੈ, ਕੰਡੋਮੀਨੀਅਮਸ ਨੇ, ਡੂਪਲੈਕਸਿਸ ਨੇ, ਤਾਂ ਕਿ ਲੋਕਾਂ ਕੋਲ ਚੋਇਸ ਹੋਵੇ ਅਫੋਰਡੇਬਿਲਿਟੀ ਦੀ। ਕੁਝ ਏਰੀਆ ਦੇ ਵਿੱਚ ਸਿਟੀ ਆਪ ਜਿਹੜੀਆਂ ਲਾਟਸ ਕੱਟ ਕੇ ਡਿਵੈਲਪ ਕਰਦੀ ਹੈ ਤੇ ਉਹਨਾਂ ਨੂੰ ਅੱਗੇ ਉਹ ਸਿਟੀਜ਼ਨਸ ਨੂੰ ਦਿੰਦੇ ਆ ਤੇ ਕੁਝ ਉਹ ਡਿਵੈਲਪਰਸ ਨੂੰ ਦਿੰਦੇ ਆ। ਉਹਨਾਂ ਨੇ ਇੱਕ ਫਾਰਮੂਲਾ ਬਣਾਇਆ ਕਿ ਕੁਝ ਪਰਸੈਂਟੇਜ ਜਿਹੜੇ ਛੋਟੇ ਬਿਲਡਰਸ ਨੇ ਉਹਨਾਂ ਨੂੰ ਜਾਂਦੀਆਂ ਤੇ ਕੁਝ ਪਰਸੈਂਟੇਜ ਨੇ ਜਿਹੜੀਆਂ ਉਹ ਆਮ ਲੋਕਾਂ ਨੂੰ ਜਾਂਦੀਆਂ। ਦੇਖੋ, ਹੁਣ ਮੈਂ ਪਹਿਲੇ 5 ਸਾਲਾਂ ਦੇ ਵਿੱਚ ਸਿਟੀ ਹਾਲ ਦੇ ਵਿੱਚ ਨਹੀਂ ਹੈ, ਇਸ ਕਰਕੇ ਅੱਜ ਜੋ ਪ੍ਰੋਸੈਸ ਚੱਲ ਰਹੀ ਹੈ ਉਹਦੇ ਬਾਰੇ ਮੈਨੂੰ ਚੇਤਾ ਨਹੀਂ ਹੈ ਕਿ ਕਿਸ ਤਰ੍ਹਾਂ ਹੁਣ ਉਹ ਅਲਾਟ ਕਰਦੇ ਨੇ। ਪਰ ਜਦੋਂ ਮੈਂ ਉੱਥੇ ਸੀ ਉਦੋਂ ਬੜੀ ਟਰਾਂਸਪੇਰੈਂਸੀ ਹੁੰਦੀ ਸੀਗੀ ਕਿ ਹਾਂ ਇਹ ਗੱਲ ਸਾਫ਼ ਹੋਣੀ ਚਾਹੀਦੀ ਹੈ ਕਿ ਜਿਹੜੇ ਲਾਟਰੀ ਦੇ ਵਿੱਚ ਨਾਮ ਪਾਉਣਾ ਹੈ ਉਹਨੂੰ ਕਿਸ ਤਰ੍ਹਾਂ ਜਿਹੜਾ ਸਿਲੈਕਸ਼ਨ
ਉਹਦੀ ਹੋਣੀ ਚਾਹੀਦੀ ਤੇ ਉਦਾਂ ਦੀ ਟਰਾਂਸਪੇਰੈਂਸੀ ਬਹੁਤ ਜ਼ਰੂਰੀ ਹੈ ਤਾਂ ਕਿ ਆਮ ਲੋਕਾਂ ਨੂੰ ਇਹ ਮੌਕਾ ਮਿਲ ਸਕਦਾ ਹੋਵੇ ਕਿ ਤੁਸੀਂ ਆਪਣੀ ਲੋਟ ਲੈ ਕੇ ਅਗਰ ਆਪਣਾ ਘਰ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਮੌਕਾ ਹੋਣਾ ਚਾਹੀਦਾ ਹੈ। ਠੀਕ ਹੈ। ਸੋਹੀ ਸਾਹਿਬ, ਇੱਕ ਹੋਰ ਬੜਾ ਅਹਿਮ ਸਵਾਲ ਆ, ਖਾਸ ਕਰਕੇ ਜਦੋਂ ਕੁਝ ਨਵੇਂ ਬਿਜ਼ਨਸ ਹੁੰਦੇ ਨੇ, ਉਹਨਾਂ ਨੇ ਕਈ ਲਾਇਸੈਂਸਸ ਲੈਣੇ ਹੁੰਦੇ ਨੇ, ਕਈ ਪਰਮਿਟਸ ਲੈਣੇ ਹੁੰਦੇ ਨੇ, ਔਰ ਜਦੋਂ ਸਿਟੀ ਆਫਿਸਿਸ ਵਿੱਚ ਜਾਇਆ ਜਾਂਦਾ ਉੱਥੇ ਰੈੱਡ ਟੇਪਿਜ਼ਮ ਬਹੁਤ ਆ ਜੀ, ਲਾਲ ਫੀਤਾਸ਼ਾਹੀ ਬਹੁਤ ਆ, ਗੇੜੇ ਬਹੁਤ ਕਢਾਏ ਜਾਂਦੇ ਨੇ, ਫਾਰਮੈਲਿਟੀਜ਼ ਬਹੁਤ ਜ਼ਿਆਦਾ ਦਿਖਾਈਆਂ ਜਾਂਦੀਆਂ ਨੇ, ਔਰ ਇੰਨਾ ਕੁ ਸਮਾਂ ਲੱਗ ਜਾਂਦਾ ਕਈ ਵਾਰੀ ਕਿ ਬਿਜ਼ਨਸਮੈਨ ਜਿਹੜੇ ਨੇ ਉਹ ਹਤਾਸ਼ ਹੋ ਜਾਂਦੇ ਨੇ ਵੀ ਇਹ ਮਤਲਬ ਡੀਮੋਟੀਵੇਟਿੰਗ ਲੱਗਦਾ ਵਾ। ਸੋ ਇਹਦੇ ਸੰਬੰਧ ਦੇ ਵਿੱਚ ਕੀ ਤਬਦੀਲੀਆਂ ਤੁਸੀਂ ਸੋਚਦੇ ਜੇ ਵੀ ਲਿਆ ਸਕਦੇ ਜੀ? ਦੇਖੋ, ਅਸੀਂ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਰਹਿ ਰਹੇ ਹਾਂ। ਸਾਨੂੰ ਜਿਹੜੀਆਂ ਸਰਵਿਸਿਜ਼ ਨੇ ਉਹ ਵੀ ਈਜ਼ੀ ਢੰਗ ਦੇ ਨਾਲ ਮਿਲਣੀਆਂ ਚਾਹੀਦੀਆਂ ਨੇ। ਮੈਂ ਨਹੀਂ ਸਮਝਦਾ ਕਿ ਅਗਰ ਤੁਸੀਂ ਨਿੱਕੀ ਜਿਹੀ ਕੰਮ ਵਾਸਤੇ ਕੋਈ ਡੈਕ ਵਾਸਤੇ ਪਰਮਿਟ ਅਪਲਾਈ ਕੀਤਾ ਜਾਂ ਤੁਸੀਂ ਕੋਈ ਘਰ ਦੇ ਵਿੱਚ ਰੈਨੋਵੇਸ਼ਨ ਕਰਨੀ ਹੈ ਉਹਦੇ ਵਾਸਤੇ ਪਰਮਿਟ ਅਪਲਾਈ ਕੀਤਾ ਵੀ ਤੁਹਾਨੂੰ ਉੱਥੇ ਜਾਣ ਦੀ ਲੋੜ ਹੋਵੇ, ਕਿਉਂ ਨਹੀਂ ਤੁਸੀਂ ਉਹ ਡਿਜੀਟਲੀ ਆਨਲਾਈਨ ਅਪਲਾਈ ਕਰ ਸਕਦੇ ਤੇ ਜਲਦੀ ਤੋਂ ਜਲਦੀ ਤੁਹਾਨੂੰ ਉਹ ਮਿਲ ਕੇ ਜੇ ਪਾਸ ਹੋ ਕੇ ਤੁਹਾਡੇ ਕੋਲ ਆ ਜਾਵੇ। ਸੋ ਇਸ ਤਰ੍ਹਾਂ ਦੀਆਂ ਬਹੁਤ ਸਰਵਿਸਿਜ਼ ਨੇ ਜਿਹੜੀਆਂ ਅਸੀਂ ਇੰਪਰੂਵ ਕਰ ਸਕਦੇ ਹਾਂ ਤੇ ਇਹਨਾਂ ਤੇ ਮੇਰੇ ਦਿਮਾਗ ਦੇ ਵਿੱਚ ਹਨ ਇਹ ਚੀਜ਼ਾਂ ਕਿ ਸਾਨੂੰ ਇਹਨਾਂ ਨੂੰ ਜਿਹੜੀਆਂ ਸਰਵਿਸਿਜ਼ ਨੂੰ ਡਿਜੀਟਲਾਈਜ਼ ਕਰਕੇ ਲੋਕਾਂ ਵਾਸਤੇ ਸਹੂਲਤ ਬਣਾਉਣੀ ਚਾਹੀਦੀ ਹੈ। ਅਗਰ ਤੁਸੀਂ ਜਾ ਵੀ ਰਹੇ ਹੋ ਤੇ ਤਾਂ ਤੁਹਾਨੂੰ ਉਸੇ ਫਰੰਟ ਕਾਊਂਟਰ ਤੇ ਗਾਈਡੈਂਸ ਹੋਣੀ ਚਾਹੀਦੀ ਹੈ ਕਿ ਹਾਂ ਆਹ ਤੁਸੀਂ ਐਪਲੀਕੇਸ਼ਨ ਭਰਨੀ ਹੈ, ਇੰਨੀ ਇਹਦੀ ਫੀਸ ਹੈ, ਭਰ ਕੇ ਸਾਨੂੰ ਦੇ ਦਿਓ ਤੇ ਇੰਨੇ ਸਮੇਂ ਦੇ ਵਿੱਚ ਤੁਹਾਨੂੰ ਅਸੀਂ ਦੁਬਾਰਾ ਦੱਸ ਦੇਵਾਂਗੇ। ਇਹ ਕੋਈ ਸੈਂਸ ਨਹੀਂ ਬਣਦੀ ਕਿ ਮੁੜ ਕੇ ਤੁਸੀਂ ਉੱਥੇ ਤੁਹਾਨੂੰ ਗੇੜੇ ਲਾਉਣ ਦੀ ਲੋੜ ਪਵੇ। ਅੱਜ ਦੇ ਯੁੱਗ ਦੇ ਵਿੱਚ ਜਦੋਂ ਇੰਨੀਆਂ ਸਹੂਲਤਾਂ ਤੇ ਟੈਕਨੋਲੋਜੀ ਅਵੇਲੇਬਲ ਹੈ, ਇਹ ਕੰਮ ਅਸੀਂ ਬੜੇ ਸੌਖੇ ਘਰੋਂ ਬੈਠ ਕੇ ਵੀ ਕਰ ਸਕਦੇ ਹਾਂ। ਸੋਹੀ ਸਾਹਿਬ, 311 ਜਿਹੜਾ ਸਿਟੀ ਦਾ ਨੰਬਰ ਹੈਗਾ ਵਾ, ਇਹ ਪਹਿਲਾਂ 24/7 ਸਰਵਿਸ ਹੁੰਦੀ ਸੀ ਜੀ, ਇਹ ਵੀ ਹੁਣ 12 ਘੰਟੇ ਕਰ ਦਿੱਤੀ ਗਈ ਆ। ਤੁਸੀਂ ਸੋਚਦੇ ਜੇ ਵੀ ਇਹਦੇ ਵਿੱਚ ਦੁਬਾਰਾ ਤਬਦੀਲੀ ਕਰਨ ਦੀ ਲੋੜ ਆ 24/7, ਕਿਉਂਕਿ ਲੋਕਾਂ ਨੂੰ ਕਈ ਸਮੱਸਿਆਵਾਂ ਜਿਹੜੀਆਂ ਨੇ ਉਹ ਸ਼ਾਮ ਨੂੰ 7 ਵਜੇ ਤੋਂ ਬਾਅਦ ਵੀ ਆ ਸਕਦੀਆਂ ਨੇ ਜੀ? ਦੇਖੋ, ਇਹ ਤੇ ਡਿਪੈਂਡ ਕਰਦਾ ਕਿ ਉਸ ਵੇਲੇ ਡਿਮਾਂਡ ਕਿੰਨੀ ਸੀ। ਉਹਨਾਂ ਨੇ ਕੁਝ ਐਨਾਲਿਸਿਸ ਕੀਤਾ ਹੋਣਾ ਕਿ ਕੀ 24 ਘੰਟੇ 311 ਸਰਵਿਸ ਰੱਖਣ ਦੀ ਲੋੜ ਆ ਜਾਂ ਸ਼ਾਮ ਨੂੰ ਅਗਰ ਨਹੀਂ ਲੋੜ ਤਾਂ ਕਿੰਨੀ ਅਸੀਂ ਉਹਦੀ ਘਟਾ ਸਕਦੇ ਹਾਂ। ਕਿਉਂਕਿ ਆਪਾਂ ਫੇਰ ਦੇਖਦੇ ਹਾਂ ਕਿ ਅਗਰ ਟੈਕਸ ਡਾਲਰਸ ਅਸੀਂ ਪੇ ਕਰਦੇ ਹਾਂ ਕਿ ਸਾਨੂੰ ਉਹਦੀ ਵੈਲਿਊ ਮਿਲਦੀ ਹੈ ਕਿ ਨਹੀਂ ਮਿਲਦੀ। ਅਗਰ ਸ਼ਾਮ ਨੂੰ ਅਗਰ ਦਿਨ ਨੂੰ 1000 ਕਾਲ ਆਉਂਦੀ ਹੈ ਤੇ ਸ਼ਾਮ ਨੂੰ 7 ਵਜੇ ਤੋਂ ਬਾਅਦ 10 ਕਾਲਸ ਆਉਂਦੀਆਂ ਨੇ ਤਾਂ ਤੁਹਾਨੂੰ ਉਹਨਾਂ ਸਟਾਫ ਰੱਖਣ ਦੀ ਲੋੜ ਨਹੀਂ ਹੈ। ਕੀ ਲੋੜ ਹੈ 24 ਆਵਰਸ ਰੱਖਣ ਦੀ? ਉਹਦੇ ਬਾਰੇ ਸੋਚਿਆ ਜਾ ਸਕਦਾ ਕਿ ਅਗਰ ਕਿਸੇ ਨੂੰ ਡਿਮਾਂਡ ਦੀ ਲੋੜ ਹੈਗੀ ਕਿ ਹੋਰ ਤਰੀਕੇ ਨਾਲ ਅਸੀਂ ਕਰ ਸਕਦੇ ਹਾਂ, ਉੱਥੇ ਸਾਡੇ ਕੋਲ 1-2 ਆਪਰੇਟਰ ਚਾਹੀਦੇ ਆ ਕਿ ਜਿਹੜੇ ਉਸ ਵੇਲੇ ਸਟੈਂਡ ਬਾਏ ਤੇ ਰਹਿਣ ਤਾਂ ਕਿ ਲੋਕਾਂ ਨੂੰ ਸਰਵਿਸ ਦੀ ਲੋੜ ਤਾਂ ਮਿਲ ਸਕੇ। ਬਿਲਕੁਲ ਵਧੀਆ ਸੁਝਾਅ ਹੈ ਜੀ ਤੁਹਾਡਾ ਇਹ। ਤੇ ਸੋਹੀ ਸਾਹਿਬ, ਜਦੋਂ ਮੈਂ ਤੁਹਾਡੇ ਮੈਸੇਜ ਪੜ੍ਹ ਰਿਹਾ ਸੀਗਾ ਜੀ ਪ੍ਰੈਸ ਕਾਨਫਰੰਸ ਦੇ ਨੀਚੇ, ਤੇ ਕਈਆਂ ਤੁਹਾਡੇ ਸਪੋਰਟਰਸ ਨੇ ਲਿਖਿਆ, ਜਿਵੇਂ ਲਿਖਿਆ ਹੁੰਦਾ ਨਾ ਗੋ ਆਇਲਰਸ ਗੋ, ਤੇ ਤੁਹਾਡੇ ਲਿਖਿਆ ਸੀ ਗੋ ਸੋਹੀ ਗੋ ਜੀ। ਸਪੋਰਟ ਵੀ ਕਈਆਂ ਨੇ ਜ਼ਾਹਰ ਕੀਤੀ, ਕਈਆਂ ਨੇ ਕਿਹਾ ਜੀ ਅਸੀਂ ਵਲੰਟੀਅਰ ਕਰਨ ਵਾਸਤੇ ਰੈਡੀ ਹਾਂ, ਸਾਡੀਆਂ ਵੋਟਾਂ ਤੁਸੀਂ ਹੁਣੇ ਗਿਣ ਲਓ। ਸੋ ਇਦਾਂ ਦੇ ਕਈ ਕਮੈਂਟ ਸੀਗੇ, ਪਰ ਕੁਝ ਕਮੈਂਟ ਇਦਾਂ ਦੇ ਵੀ ਆਏ ਜੀ, ਮੈਂ ਤੁਹਾਡੇ ਨਾਲ ਸਿੱਧਾ ਸਵਾਲ ਕਰਨਾ ਚਾਹੂੰਗਾ। ਉਹ ਕਹਿੰਦੇ ਵੀ ਜਦੋਂ ਤੁਸੀਂ ਕਾਉਂਸਲਰ ਸੀਗੇ ਤੇ ਫੈਡਰਲ ਪੋਲਿਟਿਕਸ ਦੇ ਵਾਸਤੇ ਤੁਸੀਂ ਕਾਉਂਸਲਰ ਦੀ ਜਿਹੜੀ ਜੌਬ ਆ ਉਹ ਛੱਡ ਕੇ ਚਲੇ ਗਏ ਜੀ। ਹੁਣ ਤੁਸੀਂ ਮੰਨ ਲਓ ਵੀ ਐਡਮੰਟੋਨੀਅਸ ਤੁਹਾਨੂੰ ਦੁਬਾਰਾ ਮੇਅਰ ਬਣਾ ਦਿੰਦੇ ਨੇ, ਔਰ ਕੱਲ ਨੂੰ ਜੇਕਰ ਫੈਡਰਲ ਇਲੈਕਸ਼ਨ ਦੁਬਾਰਾ ਆ ਜਾਂਦੇ ਨੇ, ਕਿਤੇ ਐਡਮਿੰਟਨ ਵਾਲਿਆਂ ਨੂੰ ਮਝਧਾਰ ਵਿੱਚ ਛੱਡ ਤਾਂ ਨਹੀਂ ਜਾਓਗੇ ਜੀ? ਦੇਖੋ, 2015 ਦੇ ਵਿੱਚ ਜਦੋਂ ਮੈਂ ਇਲੈਕਸ਼ਨ ਲੜੀ ਹੈ MP ਵਾਸਤੇ, ਉਦੋਂ ਸਾਡੇ ਕੋਲ ਇੱਕ ਬਹੁਤ ਵਧੀਆ ਮੌਕਾ ਸੀ ਕਿ ਅਸੀਂ ਜਿਹੜੇ ਆਪਣੇ ਸ਼ਹਿਰ ਦੇ ਮਸਲੇ ਆ ਉਹਨੂੰ ਆਟਵਾ ਤੱਕ ਲੈ ਕੇ ਜਾ ਸਕੀਏ ਜੀ। ਤੇ 4 ਸਾਲਾਂ ਦੇ ਵਿੱਚ ਜਿੰਨਾ ਮੈਂ ਕੰਮ ਕੀਤਾ, ਜਿਹੜੇ ਕੰਮ ਐਡਮਿੰਟਨ ਵਾਸਤੇ ਕੀਤੇ ਨੇ ਉਹ ਸਾਰਿਆਂ ਦੇ ਸਾਹਮਣੇ ਨੇ। ਬਿਲੀਅਨਸ ਡਾਲਰਸ ਦੀ ਇਨਵੈਸਟਮੈਂਟ ਸਾਡੇ ਸ਼ਹਿਰ ਦੇ ਵਿੱਚ ਹੋਈ ਆ 4 ਸਾਲਾਂ ਦੇ ਵਿੱਚ, LRT ਦੇ ਵਿੱਚ, ਅਫੋਰਡੇਬਲ ਹਾਊਸਿੰਗ ਦੇ ਵਿੱਚ, ਚਾਈਲਡ ਕੇਅਰ ਦੇ ਵਿੱਚ, ਯੈਲੋ ਹੈਡ ਟ੍ਰੇਲ ਨੂੰ ਐਕਸਪੈਂਡ ਕਰਨ ਦੇ ਵਿੱਚ, 50 ਸਟਰੀਟ ਤੇ 82nd ਐਵਨਿਊ ਤੇ ਜਿਹੜਾ ਬ੍ਰਿਜ ਬਣਨਾ ਉਹਦੀ ਇਨਵੈਸਟਮੈਂਟ, ਫੋਰਡ ਐਡਮਿੰਟਨ ਪਾਰਕ ਨੂੰ ਐਕਸਪੈਂਡ ਕਰਨ ਵਾਸਤੇ। ਸੋ ਹੋਰ ਵੀ ਜਿਹੜੇ ਪ੍ਰੋਜੈਕਟ ਨੇ ਮੈਂ ਗਿਣਾ ਸਕਦਾ ਜਿਨ੍ਹਾਂ ਦੀ ਟੋਟਲ ਇਨਵੈਸਟ ਬਿਲੀਅਨਸ ਆਫ ਡਾਲਰ ਦੇ ਵਿੱਚ ਜਾਂਦੀ ਆ। ਉਹ ਇੱਕ ਮੌਕਾ ਸੀ ਜਿਹੜਾ ਆਪਾਂ ਨਹੀਂ ਸੀ ਗਵਾਉਣਾ ਚਾਹੁੰਦੇ। ਅਗਰ ਗਵਾ ਲੈਂਦੇ ਤਾਂ ਇਹ ਜਿਹੜੇ ਕੰਮ ਨਹੀਂ ਸੀ ਹੋਣੇ। ਤੇ ਸਭ ਤੋਂ ਵੱਡਾ ਪ੍ਰੋਜੈਕਟ ਜਿਹੜਾ ਟਰਾਂਸ ਮਾਊਂਟੇਨ ਪਾਈਪਲਾਈਨ ਐਕਸਪੈਂਸ਼ਨ ਦਾ ਪ੍ਰੋਜੈਕਟ ਹੈ, ਜਿਹੜਾ ਪੂਰੇ ਅਲਬਰਟਾ ਵਾਸਤੇ ਕਿੰਨੇ ਸਾਲਾਂ ਤੋਂ ਅਟਕਿਆ ਹੋਇਆ ਪ੍ਰੋਜੈਕਟ ਸੀ, ਉਹ ਮੇਰੇ ਉੱਥੇ ਜਾਣ ਦੇ ਨਾਲ ਉਹ ਅੱਗੇ ਨੇਪਰੇ ਚੜਿਆ ਤੇ ਹੁਣ ਉਹ ਪ੍ਰੋਜੈਕਟ ਕੰਪਲੀਟ ਹੋ ਰਿਹਾ। ਰਾਈਟ, ਜਿੱਥੋਂ ਤੱਕ ਇਹ ਹੈ ਕਿ ਮੈਂ ਫੈਡਰਲ ਇਲੈਕਸ਼ਨ ਨਾ ਲੜਨ ਦਾ ਹੁਣ ਦੁਬਾਰਾ ਫੈਸਲਾ ਕੀਤਾ ਕਿ ਨਹੀਂ, ਅਗਰ ਮੈਂ ਕੋਈ ਇਲੈਕਸ਼ਨ ਲੜਨੀ ਹੈ ਤਾਂ ਲੋਕਲ ਇਲੈਕਸ਼ਨ ਲੜਨੀ ਹੈ, ਕਿਉਂਕਿ ਹੁਣ ਮੈਂ
ਜੋ ਕੰਮ ਕਰਨੇ ਸੀ ਆਟਵਾ ਦੇ ਵਿੱਚ ਉਹ ਕਰ ਦਿੱਤੇ ਹੈ ਲੋਕਾਂ ਦੇ ਬਿਹਾਫ ਤੇ। ਹੁਣ ਸਾਨੂੰ ਆਪਣੇ ਸ਼ਹਿਰ ਨੂੰ ਹੋਰ ਵਧੀਆ ਬਣਾਉਣ ਵਾਸਤੇ ਜਿਹੜਾ ਉਹ ਰਿਲੇਸ਼ਨਸ਼ਿਪ ਮੈਂ ਬਿਲਡ ਕੀਤਾ ਫੈਡਰਲ ਗਵਰਨਮੈਂਟ ਦੇ ਨਾਲ ਤੇ ਪ੍ਰੋਵਿੰਸ ਦੇ ਨਾਲ ਤੇ ਹੋਰ ਸਟੇਕ ਹੋਲਡਰਸ ਨਾਲ, ਉਹਨੂੰ ਯੂਟਿਲਾਈਜ਼ ਕਰਕੇ ਆਪਣੇ ਸ਼ਹਿਰ ਨੂੰ ਹੋਰ ਵਧੀਆ ਬਣਾਉਣ ਵਾਸਤੇ ਕੋਸ਼ਿਸ਼ ਕਰਨੀ ਹੈ। ਸੋਹੀ ਸਾਹਿਬ, ਬਹੁਤ ਬਹੁਤ ਧੰਨਵਾਦ ਹੈ ਤੁਹਾਡਾ। ਮੈਨੂੰ ਪਤਾ ਤੁਹਾਡਾ ਸਮਾਂ ਕਾਫੀ ਰਾਈਟ ਨਾਓ ਬਿਜ਼ੀ ਆ, ਤੁਹਾਡੀਆਂ ਹੋਰ ਵੀ ਇਦਾਂ ਦੀਆਂ ਅਪਾਇੰਟਮੈਂਟਸ ਹੈਗੀਆਂ ਨੇ, ਤੇ ਮੈਂ ਆਪਣੇ ਚੈਨਲ ਵੱਲੋਂ ਵੀ ਤੁਹਾਨੂੰ ਸ਼ੁਭ ਇੱਛਾਵਾਂ ਦੇਵਾਂਗਾ ਜੀ। ਤੇ ਜਾਂਦਾ ਜਾਂਦਾ ਐਡਮਿੰਟਨ ਵਾਸੀਆਂ ਨੂੰ ਕੋਈ ਅਪੀਲ, ਕੋਈ ਸੁਨੇਹਾ ਦੇਣਾ ਚਾਹੋ ਤੁਸੀਂ ਦੇ ਸਕਦੇ ਜੀ। ਮੈਂ ਤਾਂ ਇਹ ਕਹਾਂਗਾ ਕਿ ਮਨਜੀਤ ਕਿ ਸਾਡਾ ਸ਼ਹਿਰ ਇੱਕ ਇਸ ਤਰ੍ਹਾਂ ਦੇ ਮੋੜ ਤੇ ਖੜਾ ਹੈ ਕਿ ਜਿੱਥੇ ਅਗਰ ਅਸੀਂ ਵਧੀਆ ਢੰਗ ਦੇ ਨਾਲ ਇਸ ਨੂੰ ਅੱਗੇ ਨਹੀਂ ਤੋਰਦੇ ਤਾਂ ਪਿੱਛੇ ਮੋੜ ਦੇ ਵਿੱਚ ਸਾਨੂੰ ਨੁਕਸਾਨ ਹੀ ਹੋਣਾ। ਸਾਨੂੰ ਆਪਣੇ ਸ਼ਹਿਰ ਦੀ ਤਰੱਕੀ ਵਾਸਤੇ ਸੋਚਣਾ ਚਾਹੀਦਾ ਤੇ ਅਸੀਂ ਇਕੋਨਮੀ ਨੂੰ ਵਧੀਆ ਕਿਵੇਂ ਬਣਾ ਸਕਦੇ ਹਾਂ, ਕਿਹੜੀਆਂ ਜੌਬਸ ਨੇ ਅਸੀਂ ਕ੍ਰੀਏਟ ਕਰ ਸਕਦੇ, ਕਿਹੜੇ ਸੈਕਟਰ ਦੇ ਵਿੱਚ ਅਸੀਂ ਕਰ ਸਕਦੇ ਹਾਂ ਤੇ ਕਿਵੇਂ ਕਰ ਸਕਦੇ ਹਾਂ ਇੱਕ ਦੂਜੇ ਨਾਲ ਮਿਲ ਕੇ। ਜਿਹੜੀ ਸਦਭਾਵਨਾ ਬਹੁਤ ਜ਼ਰੂਰੀ ਹੈ ਬਣਾ ਕੇ ਰੱਖਣੀ। ਆਉਣ ਵਾਲੇ 4-5 ਸਾਲਾਂ ਦੇ ਵਿੱਚ ਤੁਹਾਨੂੰ ਬਾਕੀ ਕੈਂਡੀਡੇਟਸ ਦੇ ਜਿਹੜੇ ਵਿਚਾਰ ਹੈ ਉਹ ਵੀ ਸੁਣਨ ਦਾ ਮੌਕਾ ਮਿਲੇਗਾ। ਇੱਕ ਦੂਜੇ ਦੀ ਇੱਜ਼ਤ ਦੇ ਨਾਲ, ਰਿਸਪੈਕਟ ਦੇ ਨਾਲ ਕੈਂਪੇਨ ਦੇ ਵਿੱਚ ਅਸੀਂ ਪਾਰਟੀਸਪੇਟ ਕਰਨਾ ਤੇ ਮੇਰੇ ਵਿਚਾਰ ਪਲੀਜ਼ ਜ਼ਰੂਰ ਸੁਣਿਓ ਤੇ ਮੈਂ ਮੈਂ ਜ਼ਰੂਰ ਤੁਹਾਡੇ ਸਾਹਮਣੇ ਆਪਣੇ ਵਿਚਾਰ ਲੈ ਕੇ ਆਵਾਂਗਾ, ਤਾਂ ਪਲੀਜ਼ ਉਸ ਤੇ ਧਿਆਨ ਦਿਓ ਤੇ ਮੈਨੂੰ ਆਸ ਹੈ ਕਿ ਤੁਸੀਂ ਮੇਰਾ ਸਾਥ ਦਿਓਗੇ। ਬਿਲਕੁਲ ਸੋਹੀ ਸਾਹਿਬ, ਸਵਾਲ ਤੇ ਹੋਰ ਵੀ ਬਹੁਤ ਸੀਗੇ, ਤੁਹਾਨੂੰ ਫਿਰ ਬੇਨਤੀ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਤੁਸੀਂ ਸਮਾਂ ਦਿਓ ਔਰ ਹੋਰ ਮੁੱਦੇ ਜਿਹੜੇ ਨੇ ਉਹਨਾਂ ਦੇ ਉੱਪਰ ਵੀ ਤੁਹਾਡੀ ਜਿਹੜੀ ਆ ਬੇਬਾਕ ਜਿਹੜੀ ਰਾਏ ਆ ਉਹ ਲਈ ਜਾਵੇਗੀ ਜੀ। ਤਦ ਤੱਕ ਲਈ ਬਹੁਤ ਬਹੁਤ ਧੰਨਵਾਦ ਆ ਜੀ। ਥੈਂਕ ਯੂ ਮਨਜੀਤ। ਥੈਂਕ ਯੂ ਜੀ।